Hey there, welcome to my channel. This is Parneet. I hope you all are doing good. So today in this video lesson, we are going to discuss about writing module. Yes, task 2 of writing module. Writing module जो task 2 ਦੀ ਗੱਲ ਆਉਂਦੀ ਹੈ ਉਦੋਂ बहुत ज़्यादा ਅਸੀਂ nervous ਹੋ ਜਾਂਦੇ ਹਾਂ because we have to write an essay. ਐਸੇ ਲਿਖਣਾ ਹੁੰਦਾ ਐਸੇ ਅਸੀਂ ਸੋਚਦੇ ਹਾਂ ਫਿਰ ਲਿਖਦੇ ਹਾਂ ਕਿਉਂ ਬਿਕਾਜ਼ ਵੀ ਆਲਵੇਜ਼ ਗੋ ਲੈਕ ਆਫ ਆਈਡੀਆਜ਼ ਹੈ ਨਾ ਸਾਡੇ ਕੋਲ ਆਈਡੀਆਜ਼ ਨਹੀਂ ਆਉਂਦੇ ਜਾਂ ਫਿਰ ਜੇ ਸਾਡੇ ਕੋਲ ਆਈਡੀਆਜ਼ ਆ ਵੀ ਜਾਂਦੇ ਆ ਮੇਨ ਆਈਡੀਆ ਸਾਨੂੰ ਪਤਾ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਇਲੈਬੋਰੇਟ ਨਹੀਂ ਕਰ ਪਾਉਂਦੇ so don't worry guys, today I am here to tell you this particular point ਕਿਹੜਾ how to elaborate the ideas impressively and effectively. Clear? आज मैं एक टॉपिक चूज किया रैंडम एक टॉपिक चूज किया ਉਹਦੇ ਵਿੱਚ today I'll tell you how to elaborate the ideas in a right manner. Clear? ਹੁਣ ਦੇਖੋ ਜੇ ਤੁਸੀਂ ਇੱਕ ਲਾਈਨ ਦੇ ਵਿੱਚ ਆਪਣਾ ਆਈਡੀਆਜ਼ ਉੱਥੇ ਲਿਖ ਕੇ ਆਓਗੇ ਠੀਕ ਹੈ ਤਾਂ ਉਹਦੇ ਨਾਲ ਤੁਹਾਡਾ ਕਦੇ ਵੀ ਡਿਜ਼ਾਇਰਡ ਬੈਂਡ ਸਕੋਰ ਨਹੀਂ ਆਏਗਾ ਬਿਕਾਜ਼ ਐਗਜ਼ਾਮੀਨਰ ਉੱਥੇ ਕੀ ਚਾਹੁੰਦੇ ਨੇ what they expect from you ਉਹ ਚਾਹੁੰਦੇ ਆ ਕਿ ਤੁਸੀਂ ਜਿਹੜਾ ਇੱਕ ਪਾਰਟਿਕੂਲਰ ਆਈਡੀਆ ਸਟਾਰਟ ਕੀਤਾ ਹੈ ਉਹਨੂੰ ਪ੍ਰੋਪਰ ਵੇ ਦੇ ਵਿੱਚ ਇਲੈਬੋਰੇਟ ਕਰੋ ਤੇ ਐਂਡ ਦੇ ਵਿੱਚ ਉਹਨੂੰ ਐਂਡ ਕਰੋ क्लियर ਹੁਣ now I recommend you guys के बजाय ਤੁਸੀਂ ਇੱਕ BP ਦੇ ਵਿੱਚ 4 to 5 ਆਈਡੀਆਜ਼ ਪਾ ਕੇ ਆਓ ਜਾਂ 3 to 4 ਆਈਡੀਆਜ਼ ਪਾ ਕੇ ਆਓ 2 ਆਈਡੀਆਜ਼ ਆਰ ਇਨਫ ਇੰਨੇ ਆਈਡੀਆਜ਼ ਦੀ ਬਜਾਏ ਤੁਸੀਂ ਇੱਕ ਆਈਡੀਆ ਨੂੰ ਵੀ ਵਧੀਆ ਇਲੈਬੋਰੇਟ ਕਰ ਸਕਦੇ ਹੋ ਜਾਂ ਫਿਰ 2 ਆਈਡੀਆਜ਼ ਨੂੰ ਵਧੀਆ ਤੋਂ ਵਧੀਆ ਇਲੈਬੋਰੇਟ ਕਰਕੇ ਆਓ that are more than enough ਠੀਕ ਹੈ ਉਹਨਾਂ ਨੂੰ ਪ੍ਰੋਪਰਲੀ ਇਲੈਬੋਰੇਟ ਕਰੋ ਜੇ ਕਰ ਸਕਦੇ ਹੋ ਉਹਨਾਂ ਨੂੰ ਜਸਟੀਫਾਈ ਕਰੋ ਵਿਦ ਗੁੱਡ ਐਗਜ਼ਾਮਪਲਸ ਐਂਡ ਦੈਨ ਐਂਡ ਦੇ ਵਿੱਚ ਉਹਨੂੰ ਕਨਕਲੂਡ ਵੀ ਕਰਕੇ ਆਓ ਕਲੀਅਰ ਸੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਆਈਡੀਆਜ਼ ਨੂੰ ਇਲੈਬੋਰੇਟ ਕਿਵੇਂ ਕਰਨਾ ਫਾਈਨ ਇਹ ਸਾਰਾ ਕੁਝ ਆਈਡੀਆਜ਼ ਨੂੰ ਇਲੈਬੋਰੇਟ ਕਰਨਾ ਤੁਸੀਂ ਕਦੋਂ ਸਿੱਖੋਗੇ ਵੈਨ ਯੂ ਸਟਾਰਟ ਯੂਰ ਪ੍ਰੈਪਰੇਸ਼ਨ ਫਰਮ ਦ ਵੈਰੀ ਬਿਗਨਿੰਗ ਉਦੋਂ ਤੋਂ ਹੀ ਤੁਹਾਨੂੰ ਸਿੱਖਣਾ ਪਏਗਾ ਫਿਰ ਤੁਸੀਂ ਕੀ ਕਰੋਗੇ ਹੈਬਚੁਅਲ ਬਣ ਜਾਓਗੇ ਐਂਡ ਡੇ ਬਾਈ ਡੇ ਗ੍ਰੈਜੂਅਲੀ ਯੂ ਵਿਲ ਸੀ ਦ ਇੰਪਰੂਵਮੈਂਟ ਫਿਰ ਤੁਹਾਨੂੰ ਰਾਈਟਿੰਗ ਦਾ ਟਾਸਕ 2 ਮੋਡਿਊਲ ਬਹੁਤ ਜ਼ਿਆਦਾ ਡਿਫਿਕਲਟ ਨਹੀਂ ਲੱਗੇਗਾ ਇਟ ਵਿਲ ਬਿਕਮ ਅ ਕੱਪ ਆਫ ਟੀ ਫॉर ਯੂ ਗਾਇਸ ਕਲੀਅਰ ਦੇਖੋ ਪਹਿਲਾਂ ਟੌਪਿਕ ਦੇਖਦੇ ਹਾਂ ਕੀ ਟੌਪਿਕ ਹੈ ਹੁਣ ਦੇਖੋ ਜਦੋਂ ਹੀ ਤੁਹਾਡੇ ਕੋਲ ਟੌਪਿਕ ਆਇਆ ਕੋਈ ਵੀ ਟੌਪਿਕ ਆਇਆ ਸਪੋਜ਼ ਫਾਈਨਲ ਐਗਜ਼ਾਮ ਦੇ ਵਿੱਚ ਵੀ ਆਇਆ ਤੁਸੀਂ ਉੱਥੇ ਸਟਾਰਟਿੰਗ ਦੇ ਵਿੱਚ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ ਤੁਸੀਂ ਉੱਥੇ ਬੈਠਣਾ ਵਿਦ ਪ੍ਰੋਪਰ ਫੋਕਸਡ ਮਾਈਂਡਸੈਟ ਫਿਰ ਉਹਨੂੰ ਸਮਝੋ ਐਟ ਲੀਸਟ ਰੀਡ ਦ ਕੁਐਸਚਨ ਸਟੇਟਮੈਂਟ ਟਵਾਈਸ ਕਲੀਅਰ ਸਮਝੋ ਉਹਨੂੰ ਦੇਖੋ in some countries many more people are choosing to live alone nowadays ਅੱਜ ਕੱਲ੍ਹ ਬਹੁਤ ਜ਼ਿਆਦਾ ਕੰਟਰੀਜ਼ ਦੇ ਵਿੱਚ ਲੋਕ ਕੀ ਕਰ ਰਹੇ ਨੇ ਇਕੱਲੇ ਰਹਿਣਾ ਚੂਜ਼ ਕਰ ਰਹੇ ਨੇ ਅਲੋਨ ਮੀਨਸ ਇਕੱਲੇ ਰਹਿਣਾ ਮੀਨਸ ਅਵੇ ਫਰੋਮ ਦੇਅਰ ਪੈਰੈਂਟਸ ਨਾ ਕਿਸੇ ਦੇ ਨਾਲ ਨਹੀਂ ਰਹਿੰਦੇ ਨਾ ਫਰੈਂਡਸ ਦੇ ਨਾਲ ਰਹਿਣਾ ਚਾਹੁੰਦੇ ਨੇ ਨਾ ਪੈਰੈਂਟਸ ਦੇ ਨਾਲ ਰਹਿਣਾ ਚਾਹੁੰਦੇ ਨੇ ਮੀਨਸ ਜੁਆਇੰਟ ਫੈਮਿਲੀ 'ਚ ਨਹੀਂ ਰਹਿਣਾ ਚਾਹੁੰਦੇ ਆਪਣਾ ਖੁਦ ਇਕੱਲੇ ਰਹਿਣਾ ਚਾਹੁੰਦੇ ਆ ਦੈਨ ਇਨ ਦਾ ਪਾਸਟ ਦੇ ਵਿੱਚ ਇਹ ਜਿਹਾ ਨਹੀਂ ਹੁੰਦਾ ਸੀ ਬਟ ਅੱਜ ਕੱਲ੍ਹ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਨੇ ਉਹ ਚੂਜ਼ ਕਰ ਰਹੇ ਨੇ ਕਲੀਅਰ ਇਹ ਤਾਂ ਹੈਗਾ ਸੀ ਕੁਐਸਚਨ ਹੁਣ ਪੁੱਛਿਆ ਕੀ ਆ ਉਹਨਾਂ ਨੇ ਡੂ ਯੂ ਥਿੰਕ this is the positive or negative development ਕੀ ਤੁਹਾਨੂੰ ਲੱਗਦਾ ਇਹ ਇੱਕ ਪੋਜ਼ਿਟਿਵ ਹੈ ਜਾਂ ਨੈਗੇਟਿਵ ਡਿਵੈਲਪਮੈਂਟ ਹੈ ਕਲੀਅਰ ਹੁਣ ਦੇਖੋ ਇਹ ਵਾਲੇ ਕੁਐਸਚਨ ਦਾ ਆਨਸਰ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ ਜਾਂ ਤਾਂ ਤੁਸੀਂ BP1 ਜਾਂ BP2 ਦੇ ਵਿੱਚ ਪੋਜ਼ਿਟਿਵ ਲਿਖਾਓ ਬਿਕਾਜ਼ ਉਹਨਾਂ ਨੇ ਔਰ ਪੁੱਛ ਲਿਆ ਹੈ ਨਾ ਜਾਂ ਫਿਰ ਦੂਸਰੇ ਤਰੀਕੇ ਨਾਲ ਜਿਹੜਾ ਮੱਚ ਬੈਟਰ ਤਰੀਕਾ ਹੋਏਗਾ ਉਹ ਕੀ ਹੋਏਗਾ BP1 ਦੇ ਵਿੱਚ ਪੋਜ਼ਿਟਿਵ ਲਿਖਾਓ BP2 ਦੇ ਵਿੱਚ ਨੈਗੇਟਿਵ ਲਿਖਾਓ ਕਨਕਲੂਜਨ ਦੇ ਵਿੱਚ ਆਪਣਾ ਵਿਊ ਦੇ ਦਿਓ ਬਿਕਾਜ਼ ਉਹਨਾਂ ਨੇ ਪੁੱਛਿਆ ਨਾ ਡੂ ਯੂ ਥਿੰਕ ਉਹਨਾਂ ਨੇ ਤੁਹਾਡਾ ਓਪੀਨੀਅਨ ਤੁਹਾਡਾ ਵਿਊ ਵੀ ਪੁੱਛਿਆ ਇਸ ਦੇ ਵਿੱਚ ਕਲੀਅਰ ਓਕੇ ਬਾਕੀ ਚੀਜ਼ਾਂ ਇੰਟਰੋਡਕਸ਼ਨ ਕਨਕਲੂਜਨ ਆਪਾਂ ਅੱਜ ਡਿਸਕਸ ਨਹੀਂ ਕਰਾਂਗੇ ਬਿਕਾਜ਼ ਅੱਜ ਦੀ ਜਿਹੜੀ ਵੀਡੀਓ ਹੈ ਉਹਦਾ ਮੇਨ ਮੋਟਿਵ ਕੀ ਹੈ ਤੁਹਾਨੂੰ ਦੱਸਣਾ ਹਾਊ ਟੂ ਇਲੈਬੋਰੇਟ ਦਾ ਆਈਡੀਆਜ਼ ਕਲੀਅਰ ਹੁਣ ਦੇਖੋ ਸਾਡੇ ਕੋਲ ਇੱਕ ਟੌਪਿਕ ਆਇਆ ਜਿਹਦੇ ਵਿੱਚ ਅਸੀਂ ਪੋਜ਼ਿਟਿਵਸ ਤੇ ਨੈਗੇਟਿਵਸ ਦੱਸਣੇ ਆ ਕਿਸ ਚੀਜ਼ ਦੇ ਜਦੋਂ ਲੋਕ ਇਕੱਲੇ ਰਹਿੰਦੇ ਆ ਕਲੀਅਰ obviously ਅਸੀਂ 50-50 ਜਾਵਾਂਗੇ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ instead of going 100% always choose 50-50 ਕਿਉਂਕਿ ਉਹਦੇ ਵਿੱਚ ਬੈਟਰ ਇਲੈਬੋਰੇਸ਼ਨ ਹੋਏਗੀ ਬੈਟਰ ਆਈਡੀਆਜ਼ ਹੋਣਗੇ ਪ੍ਰੋਪਰ ਟਾਈਮ ਤੇ ਕੰਪਲੀਟ ਵੀ ਕਰ ਪਾਓਗੇ ਕਲੀਅਰ ਹੁਣ ਦੇਖੋ BP1 ਦੇ ਵਿੱਚ ਅਸੀਂ ਪੋਜ਼ਿਟਿਵ ਪੁਆਇੰਟਸ ਲਿਖਾਂਗੇ BP2 ਦੇ ਵਿੱਚ ਅਸੀਂ ਨੈਗੇਟਿਵ ਪੁਆਇੰਟਸ ਲਿਖਾਂਗੇ ਹੁਣ ਦੇਖੋ ਜੇ ਆਪਾਂ ਪੋਜ਼ਿਟਿਵਸ ਦੀ ਗੱਲ ਕਰੀਏ ਜਦੋਂ ਕੋਈ ਵੀ ਪਰਸਨ ਇਕੱਲਾ ਰਹਿੰਦਾ ਤਾਂ ਉਹਦਾ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਕੀ ਹੋਏਗਾ ਤੁਸੀਂ ਜ਼ਿਆਦਾ ਪੋਜ਼ਿਟਿਵ ਪੁਆਇੰਟਸ ਨਹੀਂ ਸੋਚਣੇ ਸਿਰਫ 2 ਪੋਜ਼ਿਟਿਵ ਪੁਆਇੰਟ ਤੁਹਾਨੂੰ ਆਣੇ ਚਾਹੀਦੇ ਆ ਠੀਕ ਹੈ फर्स्ट पॉजिटिव पॉइंट मैं चूज किया इतने परसनल ग्रोथ जो भी कोई परसन इकल्ला रहेगा उसकी परसनल ग्रोथ होएगी उसकी सैल्फ डेवलपमेंट होएगी किवें वो इंडिपेंडेंट बनेगा सैल्फ रिलायंट बनेगा है ना हुण इत्थे इंपॉर्टेंट चीज़ तुसीं की सीखनी है जो भी तुहाडे कोल कोई टॉपिक आउंदा है जे तुसीं इंग्लिश दे विच नहीं सोच सकते तो उसनूं पंजाबी जां हिंदी दे विच सोचो इन विच लैंग्वेज यू आर कंफर्टेबल
ਕਲੀਅਰ। ਹੁਣ ਮੈਂ ਪੰਜਾਬੀ ਦੇ ਵਿੱਚ ਉਹਨੂੰ ਸੋਚਿਆ ਕਿ ਜਦੋਂ ਕੋਈ ਬੰਦਾ ਇਕੱਲਾ ਰਹੇਗਾ ਉਦੋਂ ਕੀ ਕਰ ਸਕਦਾ ਹੈ, ਮੀਨਸ ਉਹ ਸੈਲਫ ਡਿਪੈਂਡੈਂਟ ਬਣ ਸਕਦਾ ਹੈ ਨਾ। ਸੈਲਫ ਡਿਪੈਂਡੈਂਟ ਬਣ ਸਕਦਾ ਮੀਨਸ ਉਹਦੀ ਪਰਸਨਲ ਗਰੋਥ ਹੋਏਗੀ। ਤਾਂ ਪਰਸਨਲ ਗਰੋਥ ਜਾਂ ਸੈਲਫ ਡਿਪੈਂਡੈਂਟ ਨੂੰ, ਸੈਲਫ ਡਿਵੈਲਪਮੈਂਟ ਨੂੰ ਮੈਂ ਕੀ ਕਰਾਂਗਾ, ਆਪਣਾ ਮੇਨ ਆਈਡੀਆ ਬਣਾਵਾਂਗਾ। ਠੀਕ ਹੈ, ਦਿਸ ਇਜ਼ ਆਰ ਮੇਨ ਆਈਡੀਆ। ਹੁਣ ਦੇਖੋ ਜਦੋਂ ਵੀ ਤੁਸੀਂ ਇਲੈਬੋਰੇਸ਼ਨ ਕਰਨੀ ਹੈ, ਸਭ ਤੋਂ ਪਹਿਲਾਂ ਉੱਥੇ ਤੁਸੀਂ ਆਪਣਾ ਮੇਨ ਆਈਡੀਆ ਪ੍ਰੈਜ਼ੈਂਟ ਕਰਕੇ ਆਓਗੇ। ਠੀਕ ਹੈ, ਦੈਨ ਤੁਹਾਡਾ ਸਬ ਆਈਡੀਆ ਹੋਏਗਾ, ਮੀਨ ਸਪੋਰਟਿੰਗ ਆਈਡੀਆ ਹੋਏਗਾ, ਜਿੱਥੇ ਤੁਸੀਂ ਉਸ ਨੂੰ ਇਲੈਬੋਰੇਟ ਕਰੋਗੇ। ਐਂਡ ਦੇ ਵਿੱਚ ਜੇ ਉਸ ਨੂੰ ਜਸਟੀਫਾਈ ਕਰ ਸਕਦੇ ਹੋ ਐਗਜ਼ਾਮਪਲ ਨਾਲ ਕਰੋ, ਅਦਰਵਾਈਜ਼ ਤੁਸੀਂ ਸੈਕਿੰਡ ਵਾਲਾ ਪੁਆਇੰਟ ਨੂੰ ਲਿਖ ਸਕਦੇ ਹੋ। ਫਿਰ ਸੈਕਿੰਡ ਵਾਲੇ ਪੁਆਇੰਟ ਨੂੰ ਵੀ ਇਸ ਤਰ੍ਹਾਂ ਹੀ ਲਿਖੋਗੇ। ਜਦੋਂ ਤੁਹਾਡਾ ਫਰਸਟ ਬੀਪੀ ਕੰਪਲੀਟ ਹੋਣ ਵਾਲਾ ਹੋਏਗਾ ਉੱਥੇ ਤੁਸੀਂ ਉਸ ਨੂੰ ਕਨਕਲੂਡ ਕਰਕੇ ਆਓਗੇ। ਸੇਮ ਵੇ ਤੁਸੀਂ ਬੀਪੀ 2 ਨੂੰ ਕਰੋਗੇ। ਕਲੀਅਰ। ਹੁਣ ਸਾਡਾ ਮੇਨ ਆਈਡੀਆ ਕੀ ਹੈ, ਪਰਸਨਲ ਗਰੋਥ ਹੈ। ਪਰਸਨਲ ਗਰੋਥ ਜਾਂ ਸੈਲਫ ਡਿਵੈਲਪਮੈਂਟ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਇਹ ਤਾਂ ਹੋ ਗਿਆ ਮੇਨ ਆਈਡੀਆ। ਹੁਣ ਅਸੀਂ ਅੱਗੇ ਲਿਖਣਾ ਹੈ ਵੀ ਜੇ ਇੱਕ ਬੰਦਾ ਇਕੱਲਾ ਰਹੇਗਾ ਉਹ ਸੈਲਫ ਡਿਵੈਲਪਮੈਂਟ ਕਿਵੇਂ ਕਰੇਗਾ। ਹੁਣ ਅਸੀਂ ਇਸ ਨੂੰ ਇਲੈਬੋਰੇਟ ਕਰਾਂਗੇ। ਦੇਖੋ ਪੰਜਾਬੀ 'ਚ ਸੋਚੋ, ਜਦੋਂ ਬੰਦਾ ਇਕੱਲਾ ਰਹੇਗਾ ਉਹਦੀ ਸੈਲਫ ਡਿਵੈਲਪਮੈਂਟ ਕਿਵੇਂ ਹੋਏਗੀ। ਉਹ ਸਾਰੇ ਕੰਮ ਖੁਦ ਕਰੇਗਾ, ਹੈ ਨਾ। ਸਾਰੇ ਕੰਮ ਜਦੋਂ ਖੁਦ ਕਰੇਗਾ, ਕਿਸੇ ਦੀ ਹੈਲਪ ਉਹਨੂੰ ਨਹੀਂ ਮਿਲੇਗੀ, ਉਹ ਕੀ ਕਰੇਗਾ, ਜਿਹੜੀਆਂ ਉਹਦੀ ਲਾਈਫ 'ਚ ਪ੍ਰੋਬਲਮਸ ਆਉਣਗੀਆਂ, ਆਬਸਟੈਕਲਸ ਆਉਣਗੀਆਂ, ਉਹਨਾਂ ਨੂੰ ਖੁਦ ਹੀ ਸੋਲਵ ਕਰਨਾ ਉਹ ਸਿੱਖ ਲੂਗਾ। ਜਿਵੇਂ ਜਿਵੇਂ ਉਹ ਉਹਨੂੰ ਸਿੱਖ ਲੂਗਾ ਉਹ ਸੈਲਫ ਰਿਲਾਇੰਟ ਬਣ ਜੂਗਾ। ਹੋ ਗਿਆ ਇਲੈਬੋਰੇਟ। ਕਲੀਅਰ। ਸੋ ਲੈਟਸ ਹੈਵ ਅ ਲੁੱਕ। ਫਸਟ ਆਫ ਆਲ ਮੇਨ ਆਈਡੀਆ ਹੋ ਗਿਆ ਪਰਸਨਲ ਗਰੋਥ। ਪਰਸਨਲ ਗਰੋਥ ਦੇ ਨਾਲ ਕੀ ਹੋਏਗਾ, ਅ ਪਰਸਨ ਔਰ ਐਨ ਇੰਡੀਵਿਜੂਅਲ ਵਿਲ ਬਿਕਮ ਇੰਡੀਪੈਂਡੈਂਟ ਔਰ ਸੈਲਫ ਰਿਲਾਇੰਟ। ਠੀਕ ਹੈ, ਸੈਲਫ ਰਿਲਾਇੰਟ ਉਹ ਬਣ ਗਿਆ ਜਿਹਦੇ ਨਾਲ ਹੀ ਵਿਲ ਬਿਕਮ ਕੇਪੇਬਲ ਟੂ ਬੀਅਰ ਦ ਪ੍ਰੈਸ਼ਰ ਆਫ ਲਾਈਫ। ਠੀਕ ਹੈ, ਉਹ ਜਿਹੜਾ ਇੰਡੀਵਿਜੂਅਲ ਹੈ, ਹੀ ਤਾਂ ਆਪਾਂ ਪਰਸਨਲ ਪ੍ਰੋਨਾਊਨ ਨਹੀਂ ਯੂਜ਼ ਕਰਾਂਗੇ, ਮੈਂ ਤੁਹਾਨੂੰ ਸਮਝਾਉਣ ਲਈ ਯੂਜ਼ ਕਰ ਰਹੀ ਹਾਂ। ਜਾਂ ਪਰਸਨ ਲਿਖ ਸਕਦੇ ਹੋ, ਇੰਡੀਵਿਜੂਅਲ ਲਿਖ ਸਕਦੇ ਹੋ, ਹਿਊਮਨ ਬੀਇੰਗਸ ਲਿਖ ਸਕਦੇ ਹੋ। ਠੀਕ ਹੈ, ਉਹ ਕੀ ਹੁੰਦੇ ਨੇ ਫਿਰ, ਕੇਪੇਬਲ ਬਣ ਜਾਂਦੇ ਨੇ, ਜਾਂ ਫਿਰ ਤੁਸੀਂ ਲਿਖ ਸਕਦੇ ਹੋ ਪ੍ਰੋਫੀਸ਼ੀਐਂਟ ਬਣ ਜਾਂਦੇ ਨੇ ਟੂ ਬੀਅਰ ਦਾ ਪ੍ਰੈਸ਼ਰ ਆਫ ਲਾਈਫ। ਠੀਕ ਹੈ, ਤੇ ਉਹਦੇ ਨਾਲ ਨਾਲ ਐਂਡ ਬਿਕਮ ਡਿਟਰਮਿਨਡ ਜਾਂ ਸਟਰੋਂਗ ਇਨਫ ਟੂ ਟੈਕਲ ਦਾ ਪ੍ਰੋਬਲਮਸ, ਟੂ ਟੈਕਲ ਦਾ ਆਬਸਟੈਕਲਸ ਆਫ ਲਾਈਫ। ਕਲੀਅਰ। ਇੱਕ ਪ੍ਰੋਪਰ ਪੁਆਇੰਟ ਨੂੰ ਇਲੈਬੋਰੇਟ ਕਰਨਾ ਇਸ ਵੇ ਦੇ ਨਾਲ ਤੁਹਾਨੂੰ ਆਉਣਾ ਚਾਹੀਦਾ ਹੈ ਜੇ ਤੁਸੀਂ ਏਮ ਕਰ ਰਹੇ ਹੋ ਟੂ ਅਚੀਵ 7 ਔਰ 7+। ਕਲੀਅਰ। ਫਸਟ ਪੁਆਇੰਟ ਸੀ ਪਰਸਨਲ ਗਰੋਥ ਹੋਏਗੀ। ਪਰਸਨਲ ਗਰੋਥ ਕਿਵੇਂ ਹੋਏਗੀ, ਜਦੋਂ ਬੰਦਾ ਇਕੱਲਾ ਰਹੇਗਾ, ਵੈਨ ਪਰਸਨ ਲਿਵਸ ਇਨ ਸੋਲਿਟਰੀ, ਲਿਵਸ ਅਲੋਨ, ਹੈ ਨਾ। ਉਹ ਕੀ ਹੋਏਗਾ, ਬਿਕਮ ਇੰਡੀਪੈਂਡੈਂਟ ਔਰ ਸੈਲਫ ਰਿਲਾਇੰਟ। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਹੀ ਬਿਕਮ ਪ੍ਰੋਫੀਸ਼ੀਐਂਟ ਟੂ ਬੀਅਰ ਦਾ ਪ੍ਰੈਸ਼ਰ ਆਫ ਲਾਈਫ as well as become determined or strong enough to tackle the problems or to tackle the obstacles. Clear? ਹੁਣ ਇਹ ਪੁਆਇੰਟ ਮੈਂ ਇੱਥੇ ਮੇਨ ਆਈਡੀਆ ਦੇਤਾ, ਸਪੋਰਟਿੰਗ ਆਈਡੀਆ ਦੇਤਾ। ਹੁਣ ਜੇ ਮੈਂ ਕਰ ਸਕਦੀ ਹਾਂ ਇਸ ਨੂੰ ਜਸਟੀਫਾਈ ਇੱਕ ਐਗਜ਼ਾਮਪਲ ਦੇ ਨਾਲ ਮੈਂ ਕਰੂੰਗੀ। ਜੇ ਮੈਨੂੰ ਨਹੀਂ ਆਉਂਦੀ ਤਾਂ ਮੈਂ ਸੈਕਿੰਡ ਪੁਆਇੰਟ ਤੇ ਮੂਵ ਔਨ ਕਰ ਜੂੰਗੀ। ਹੁਣ ਇਸ ਨੂੰ ਇੱਕ ਵਧੀਆ ਐਗਜ਼ਾਮਪਲ ਦੇ ਨਾਲ ਆਪਾਂ ਕਿਵੇਂ ਇਲੈਬੋਰੇਟ ਕਰ ਸਕਦੇ ਹਾਂ। ਓਬਵੀਅਸਲੀ ਉਹ ਐਗਜ਼ਾਮਪਲ ਤੁਸੀਂ ਆਪਣੀ ਖੁਦ ਹੀ ਦੇ ਸਕਦੇ ਹੋ। ਆਪਣੀ ਖੁਦ ਦੀ ਕਿਵੇਂ, ਹੁਣ ਦੇਖੋ ਤੁਸੀਂ ਅਬਰੋਡ ਜਾਓਗੇ, ਅਬਰੋਡ ਜਾ ਕੇ ਕੀ ਕਰੋਗੇ, ਤੁਸੀਂ ਇਕੱਲੇ ਹੀ ਰਹੋਗੇ ਨਾ, ਓਬਵੀਅਸਲੀ ਫਰੋਮ ਫਾਰ ਅਵੇ ਫਰੋਮ ਯੂਰ ਫੈਮਿਲੀ, ਹੈ ਨਾ। ਫॉर ਐਗਜ਼ਾਮਪਲ ਸਟੂਡੈਂਟਸ ਹੂ ਗੋ ਅਬਰੋਡ ਲਿਵ ਅਲੋਨ। ਜਦੋਂ ਲਿਵ ਅਲੋਨ ਹੁੰਦੇ ਆ, ਉਹ ਇਕੱਲੇ ਰਹਿੰਦੇ ਆ, ਉੱਥੇ ਕੀ ਬਣਦੇ ਹੋ, ਸੈਲਫ ਸਸਟੇਨ ਬਣਦੇ ਆ, ਹੈ ਨਾ। ਸੈਲਫ ਸਸਟੇਨਿੰਗ ਲਾਈਫ ਉਹਨਾਂ ਦੀ ਬਣ ਜਾਂਦੀ ਹੈ, ਜਿਹਦੇ ਨਾਲ ਉਹ ਕੀ ਕਰਦੇ ਨੇ, ਉਹ ਬੀਅਰ ਕਰਦੇ ਨੇ ਸਾਰੀਆਂ ਪ੍ਰੋਬਲਮ, ਟੈਕਲ ਕਰਦੇ ਨੇ ਸਾਰਾ ਪ੍ਰੈਸ਼ਰ ਆਪਣੇ ਆਪ। ਠੀਕ ਹੈ, ਜਿਹਦੇ ਨਾਲ ਉਹ ਸੈਲਫ ਸਸਟੇਨ ਬਣ ਜਾਂਦੇ। ਕਲੀਅਰ। ਇਹਦੇ ਨਾਲ ਹੋ ਗਈ ਇੱਕ ਵਧੀਆ ਐਗਜ਼ਾਮਪਲ। ਫਾਈਨ। ਇੱਥੇ ਆ ਕੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸੂਗੀ। ਜਦੋਂ ਤੁਹਾਡੇ ਕੋਲ ਇੱਕ ਐਸੇ ਆ ਗਿਆ ਸਟਾਰਟਿੰਗ ਦੇ ਵਿੱਚ ਹੀ, ਪਹਿਲਾਂ ਤੁਸੀਂ ਕੀ ਕਰੋਗੇ, ਜਿਹੜੇ ਵਰਡਸ ਤੁਹਾਨੂੰ ਲੱਗ ਰਹੇ ਨਾ ਵੀ ਰਿਪੀਟ ਹੋਣਗੇ ਐਸੇ ਦੇ ਵਿੱਚ, ਤੁਸੀਂ ਸਟਾਰਟਿੰਗ ਤੋਂ ਮਤਲਬ ਸਟੇਟਮੈਂਟ ਨੂੰ ਦੇਖ ਕੇ ਉੱਥੇ ਹੀ ਉਹਦੇ ਕੀ ਲਿਖ ਸਕਦੇ ਹੋ, ਸਿਨੋਨਿਮਸ ਲਿਖ ਸਕਦੇ ਹੋ, ਉਹਦੀ ਵੋਕੈਬਲਰੀ ਲਿਖ ਸਕਦੇ ਹੋ। ਹੁਣ ਦੇਖੋ ਜਿਵੇਂ ਅਲੋਨ ਹੈ, ਅਲੋਨ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਰਿਪੀਟ ਹੋਏਗਾ, ਹੈ ਨਾ। ਤਾਂ ਮੈਂ ਇੱਥੇ ਪਹਿਲਾਂ ਹੀ ਲਿਖ ਲੂੰਗੀ ਅਲੋਨ ਦੇ ਹੋਰ ਕੀ ਕੀ ਵਰਡਸ ਹੋ ਸਕਦੇ ਨੇ। ਸੋਲੀਟਰੀ ਹੋ ਸਕਦਾ ਹੈ, फ्रीडम हो सकता है, इमेंसिपेशन में यूज़ कर सकती हाँ, मैं लिबरेशन यूज़ कर सकती हाँ, मैं आइसोलेशन यूज़ कर सकती हाँ। वो वर्ड्स मेरे माइंड के पहला ही क्लीयर होंगे ताकि मैं उत्थे की ना करा, रैपीटेशन ना करा। फाइन। ਹੁਣ ਸੈਕਿੰਡ ਪੁਆਇੰਟ ਇਸ ਦਾ ਕੀ ਹੋਏਗਾ, ਫਸਟ ਇਜ਼ ਜੋ ਇਕੱਲਾ ਰਹੇਗਾ ਤਾਂ ਉਹਦੀ ਪਰਸਨਲ ਗਰੋਥ ਹੋਏਗੀ। ਸੈਕਿੰਡ ਇਜ਼ ਜੋ ਇਕੱਲਾ ਰਹੇਗਾ ਤਾਂ ਉਹਨੂੰ ਫਰੀडम ਮਿਲੇਗੀ, ਉਹਨੂੰ ਪ੍ਰਾਈਵੇਸੀ ਮਿਲੇਗੀ, ਉਹਨੂੰ ਇਮੈਂਸੀਪੇਸ਼ਨ ਮਿਲੇਗੀ। ਕਲੀਅਰ। ਹੁਣ ਇਹ ਵਾਲੇ ਪੁਆਇੰਟ ਨੂੰ ਫਰਦਰ ਇਲੈਬੋਰੇਟ ਕਿਵੇਂ ਕਰਨਾ ਹੈ ਉਹ ਮੈਨੂੰ ਤੁਸੀਂ ਦੱਸੋਗੇ ਇਨ ਦਾ ਕਮੈਂਟ ਸੈਕਸ਼ਨ। ਅਗਰ ਤੁਹਾਨੂੰ ਇਹ ਵਾਲਾ ਪੁਆਇੰਟ ਕਲੀਅਰ ਹੋ ਗਿਆ ਤਾਂ ਫਿਰ ਤੁਸੀਂ, ਮੈਂ ਤੁਹਾਨੂੰ ਇੱਥੇ ਮੇਨ ਪੁਆਇੰਟ ਦੱਸਦਾ, ਠੀਕ ਹੈ। ਤੁਸੀਂ ਬਸ ਇਹਦਾ ਮੈਨੂੰ ਸਪੋਰਟਿੰਗ ਆਈਡੀਆ ਦੇਣਾ ਕਿ ਉਹਨੂੰ ਫਰੀडम ਕਿਵੇਂ ਮਿਲੇਗੀ ਜਦੋਂ ਉਹ ਇਕੱਲਾ ਰਹੇਗਾ। ਫਾਈਨ। ਉਹਨੂੰ ਇਮੈਂਸੀਪੇਸ਼ਨ ਵੀ ਯੂਜ਼ ਕਰ ਸਕਦੇ ਹੋ, ਹੈ ਨਾ। ਉਹਨੂੰ ਇਹ ਚੀਜ਼ਾਂ ਕਿਵੇਂ ਮਿਲਣਗੀਆਂ, ਉਹਨੂੰ ਪ੍ਰਾਈਵੇਸੀ ਕਿਵੇਂ ਮਿਲੇਗੀ। ਕਲੀਅਰ।
एंड यस हुण साडे 2 पॉइंट्स हो गए, उस तो बाद असीं उस पॉइंट नूं कनक्लूड करांगे। कनक्लूड करना भी उन्ना ही जरूरी है जिन्नी स्टार्टिंग जरूरी है, ठीक है। कनक्लूड तुसीं कर सकते हो कॉन्सिक्वेंटली, हैंस, हैंसफोर्थ, देयर अपॉन, ठीक है, देयरफॉर। लाइफ एस्पैक्ट्स जिहड़े ये लाइफ एस्पैक्ट्स ने ये उन्होंने की सिखाउणगे, लाइफ एस्पैक्ट्स उन्होंने मेक करनगे जिहदे नाल बनेगा बिकम फोकस टूवर्ड्स द गोल्स एंड चांसिस ऑफ करियर अपॉर्चुनिटीज़ या ग्रोथ अपॉर्चुनिटीज़ की होणगे, बर्जन होणगे, वधणगे, मशरूम होणगे। इत्थे आपां इसनूं एक वधिया तरीके नाल एंडिंग करते। क्लियर? यस गाइस, जे तुहानूं वीडियो यूजफुल लग रही है, हेल्पफुल लग रही है, डू मी अ फेवर, व्हाट? यस, हेल्पफुल लग रही है, डू सब्सक्राइब टू माई चैनल राइट नाउ, आई वुड बी प्लीज। क्लियर? हुण आपां डिस्कस करांगे सैकेंड BP 2 जिहदे विच आपां डिस्कस करांगे इट्स नेगेटिव एस्पैक्ट्स। पॉजिटिव एस्पैक्ट आपां डिस्कस कर ले, उवें ही जो बंदा एक इकल्ला रहिंदा है तां उहदे नेगेटिव एस्पैक्ट्स की हो सकते हैं। यस, नैगेटिव एस्पैक्ट्स की हो सकते हैं। जो बंदा इकल्ला रहेगा वो किसी नाल अपने जिहड़े फीलिंग्स होणगियां, इमोशनस होणगियां, चाहे वो पॉजिटिव ने चाहे नेगेटिव ने, मीनस चंगियां ने, वधिया ने, उन्होंने वो की कर पाऊगा, उन्होंने किसी नाल शेयर नहीं कर पाऊगा, मतलब वो की होगा, मैंटली डिस्टर्ब होना स्टार्ट हो जाऊगा। तो फर्स्ट पॉइंट की हो सकता है, आइसोलेशन है जिहड़ी, इकल्ला रहना है, वो की करूगी, विल गिव बर्थ टू या पर्सन विल बिकम प्रोन टू साइकोलॉजिकल डिसऑर्डर्स और साइकोलॉजिकल एलिमेंट्स। क्लियर? साइकोलॉजिकल मतलब दिमाग वालियां, इतने बहुत ज़्यादा 90% स्टूडेंट्स फिजियोलॉजिकली लिख देंगे ने, ठीक है। तो ध्यान रखना, साइकोलॉजिकल मीनस मेंटल डिसऑर्डर्स, दिमागी, ठीक है। ये होंगे हुण मेन आइडिया से देता कि उन्होंने दिमागी बीमारी होएगी, साइकोलॉजिकल डिसऑर्डर या साइकोलॉजिकल एलिमेंट्स उन्होंने होणगे। हुण वो किवें होणगियां? देखो, जो कोई भी पर्सन इकल्ला रहेगा उन्होंने लैक ऑफ सपोर्ट होएगी, कोई सपोर्ट करने वाला बंदा नहीं हैगा, है ना, जिहदे नाल की होएगा, वो अपने इमोशंस ने, अपनी फीलिंग्स ने किसी नाल शेयर नहीं कर पाऊगा, अपने अंदर ही भरी जाऊगा सारा कुछ, उहदे नाल की होगा, ऑब्वियसली उन्हें एंजाइटी हो जाऊगी, डिप्रैशन हो जाऊगा। बस इन्नी की एलैबोरेशन है, ठीक है। साइकोलॉजिकल डिसऑर्डर सच एज एंजाइटी, डिप्रैशन, ठीक है, क्योंकि उत्थे उन्होंने लैक ऑफ सपोर्ट है, लैक द सिनोनिम डर्थ ऑफ सपोर्ट भी तुसी यूज कर सकते हो, बिकॉज देयर इज नो वन या नो वन इज अवेलेबल टू शेयर द इमोशंस, शेयर द फीलिंग्स, या फिर वो लैक ऑफ सपोर्ट होएगी, एंजाइटी डिप्रैशन हो जाएगी ओइंग टू ओवर थिंकिंग, क्योंकि ज़्यादातर वो ओवर थिंक करता रहेगा क्योंकि शेयर नहीं कर पाएगा। क्लियर? सेकेंड इंपॉर्टेंट पॉइंट इज द की हो सकता है हुण दिमागी बीमारी होगी, या फिर जो कोई शेयर करने के लिए नहीं है वो की करेगा, वो रॉन्ग एक्टिविटीज़ दे विच इंडल्ज हो जाएगा, है ना। अ पर्सन और एन इंडिविजुअल माइट इंडल्ज इनटू फलेशियस एक्टिविटीज़ या रॉन्ग एक्टिविटीज़, है ना। रॉन्ग एक्टिविटीज़ हुण किहड़ियां एक्टिविटीज़ होणगियां, ऑब्वियसली मैनूं तुसीं दसोगे इन द कॉमेंट सैक्शन। BP1 एंड BP2 द फर्स्ट पॉइंट मैं तुहानूं चंगी तरह मेन आइडिया, एलैबोरेटिंग आइडिया विद एग्जाम्पल दसता। सैकेंड इहदा फ्रीडम है, इहदा फलेशियस एक्टिविटीज़ है, ओहदा फ्लो चार्ट बना के मैनूं तुसीं दसोगे इन द कॉमेंट सैक्शन। क्लियर? हुण ए वाले दा फर्स्ट पॉइंट हो गया, सैकेंड पॉइंट हो गया, फिर आपां नूं कनक्लूड करांगे। हैंसफोर्थ नॉट ओनली इंडिविजुअल्स एनकाउंटर मेंटल एंजाइटी, ते जिहड़े इंडिविजुअल्स ने वो सिर्फ एनकाउंटर नहीं करेंगे, एक्सपीरियंस नहीं करेंगे, फेस नहीं करेंगे कि मेंटल एंजाइटी ही, बट लेकिन उहदे नाल बट आल्सो बिकम एडिक्टेड टू ड्रग्स ग्रैजुअली। तां हुण फलेशियस एक्टिविटीज़ दे विच की आ जाएगा, ड्रग्स वाला पॉइंट आ जाएगा। क्लियर? इस तरीके नाल उहनूं एंड करना भी बहुत ज़रूरी है। देखो, जे तुसीं ये समझ के उत्थे कोई भी ऐसे लिखोगे कि मैं मेन पॉइंट लिखता, हल्का जा अगे एक दो वर्ड्स लिखते, एक लाइन लिखती कि बाकी एग्जामिनर खुद समझेगा, यही सब तो वड्डी है जिहड़ी सब तो वड्डी गलती है जिहड़ी तुसीं उत्थे करके आओगे, बिकॉज एग्जामिनर उत्थे ये समझन खुद समझन नहीं बैठे, एग्जामिनर नूं बहुत नॉलेज है, एग्जामिनर यही समझन बैठे है कि तुसीं अपनी राइटिंग के थ्रू उन्होंने कितना समझा सकते हो, कितना अपने पॉइंट्स क्लीयर कर सकते हो, ठीक है। तो हमेशा जो भी ऐसे लिख दो, मैं हमेशा रिकमेंड करती हाँ ये सोच के लिखो एग्जामिनर नूं कुछ नहीं पता, मैं जो लिख रहा उस दे नाल ही क्लीयर कट एग्जामिनर नूं समझा के आना है। तो ये नाल उन्होंने कोई भी मन दे विच डाउट नहीं होएगा कि फर्दर बच्चा की कहना चाह रहा सी, ठीक है। सब तो पहला वधिया वोकैब तो पहला, सिनोनिम्स तो पहला, स्ट्रक्चर्स तो पहला, है ना, मार्किंग क्राइटेरिया सारा एक बार रिव्यू करन तो पहला तुहानूं आना चाहिए है वधिया तरीके नाल आइडियाज़ नूं इलैबोरेट करना। जो तुहानूं आइडियाज़ नूं इलैबोरेट करना आएगा तां ही तुसीं अचीव कर पाओगे अपना डिजायर्ड बैंड स्कोर 7 और 7+, ठीक है। 7 अगर इलैबोरेट नहीं करोगे कदे भी नहीं आएंगे। बिलीव मी गाइस, यू हैव टू वर्क ऑन दिस पर्टिकुलर थिंग।
Clear? So I hope it is clear to you guys. If you have any doubts, do write me in the comment section. And yes, जी तुसी अपना proper essay लिख के इस तरीके नाल check भी करवाना चाहते हो, then write down in the comment section. I'll definitely reach out to you guys. ठीक है? Stay tuned for more updates. Thank you so much. Bye bye. Take care.